जिंदाबाद, इंकलाब जिंदाबाद, 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 किसान मजदूर एकता जिंदाबाद। सरकार उस ते भी मुकर गई क्योंकि सरकार शायद किसी ਨੂੰ ਸਿਹਰਾ ਦੇਣਾ ਨਹੀਂ ਚਾਹੁੰਦੀ ਕਿ ਅਸੀਂ ਸਾਰਾ ਕੁਝ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ, ਪਰ ਤੁਸੀਂ ਇੱਕ ਵਾਰੀ ਇੱਥੋਂ ਅੰਦੋਲਨ ਸਮਾਪਤ ਕਰੋ। ਬਿਲਕੁਲ ਝੁਕਣ ਲਈ ਤਿਆਰ ਨਹੀਂ ਸੀ। ਹਜੇ ਤੱਕ ਵੀ सरकार ਦਾ रवैया सख्त ਸੀ। बहुत बड़ी खुशी है। तो क्या कहना चाहते हैं आप सरकार को? अब अगर सरकार ठीक है, सरकार भी चुकी थी, ऐसी भी चुके बराबरी हो, कम बढ़िया होगा, ठीक थी। ये नुकसान ज़्यादा नहीं हो सकता थी। जय हिंद, जय भारत। न्यूज टीम 7 से मैं उर्वशी आप सभी दर्शकों का स्वागत करती हूँ। पूरे देश के मुंह पर सिर्फ एक ही सवाल था कि अब किसानों का क्या फैसला होगा। 378 दिन लगभग आज हो चुके हैं किसान आंदोलन को। किसानों द्वारा 5 मेंबरों की एक कमेटी का गठन किया गया था और सबसे बड़ी समस्या यही रही थी कि सरकार व किसानों के बीच में वार्तालाप की सबसे बड़ी जो समस्या रही थी। तो किसानों व सरकार के बीच में क्या वार्तालाप हुआ है और अब किसानों का क्या फैसला है? किसान वापस लौट आएंगे पूर्ण रूप से या सरकार ने उनकी मांगों को माना है या क्या स्पष्टीकरण रहा है? इस बात को लेकर तो इस वक्त हरियाणा किसान एकता डबवाली से हमारे साथ गुरप्रेम सिंह देसूजोदा है। चलिए उनसे बातचीत करते हैं कि कल के बाद क्या फैसला रहा है किसानों का सरकार से बातचीत के बाद। बहुत बहुत स्वागत है सर। धन्यवाद जी। सर, कल के फैसले के बारे में हम जानना चाहेंगे। कल 5 मेंबरों की कमेटी की जो बातचीत हुई है सरकार के साथ, क्या केंद्र सरकार ने स्पष्ट तौर पर आपकी मांगों को माना है? क्योंकि गुरनाम सिंह चंडोनी के यही बयान आ रहे हैं कि अस्थायी तौर पर इस आंदोलन को स्थगित किया गया है। देखो जी, सरकार बिल्कुल ਝੁਕਣ ਲਈ ਤਿਆਰ ਨਹੀਂ ਸੀ। ਹਜੇ ਤੱਕ ਵੀ ਸਰਕਾਰ ਦਾ ਰਵੱਈਆ ਸਖਤ ਸੀ। ਕੱਲ ਜਿਹੜੀ ਕਮੇਟੀ ਬਣਾ ਕੇ ਉਹਨਾਂ ਦੇ ਮੂਹਰੇ ਪੇਸ਼ ਕੀਤੀ 5 ਮੈਂਬਰੀ ਕਮੇਟੀ ਵੀ ਇਹਨਾਂ ਨਾਲ ਗੱਲਬਾਤ ਕਰੋ, ਸਰਕਾਰ ਉਸ ਤੇ ਵੀ ਮੁੱਕਰ ਗਈ ਕਿਉਂਕਿ ਸਰਕਾਰ ਸ਼ਾਇਦ ਕਿਸੇ ਨੂੰ ਸਿਹਰਾ ਦੇਣਾ ਨਹੀਂ ਚਾਹੁੰਦੀ, ਆਪਣੇ ਆਪ ਨੂੰ ਸਿਹਰਾ ਲੈਣਾ ਚਾਹੁੰਦਾ ਅਮਿਤ ਸ਼ਾਹ ਤੇ ਮੋਦੀ ਦੋਨੋਂ। ਤੇ ਉਦੋਂ ਬਾਅਦ ਦੇ ਵਿੱਚ ਥੋੜਾ ਜਿਹਾ ਜੋ ਰੁਖ ਸਖਤ ਕੀਤਾ ਸੰਯੁਕਤ ਮੋਰਚੇ ਨੇ, ਕੱਲ ਵੀ ਜਾਂ ਤਾਂ ਸਾਨੂੰ ਤੁਸੀਂ ਕੋਈ ਕਲੀਅਰ ਕਰਕੇ ਦੱਸੋ ਤੇ ਜਾਂ ਫਿਰ ਅਸੀਂ ਅਗਲਾ ਕੋਈ ਪ੍ਰੋਗਰਾਮ ਦੇ ਦਈਏ। ਫਿਰ ਉਦੋਂ ਬਾਅਦ 12:30 ਵਜੇ ਅਮਿਤ ਸ਼ਾਹ ਦਾ ਫੋਨ ਆਇਆ, ਅਮਿਤ ਸ਼ਾਹ ਦੀ ਚਿੱਠੀ ਆਈ ਕਿ ਅਸੀਂ ਸਾਰਾ ਕੁਝ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ, ਪਰ ਤੁਸੀਂ ਇੱਕ ਵਾਰੀ ਇੱਥੋਂ ਅੰਦੋਲਨ ਸਮਾਪਤ ਕਰੋ। ਤੇ ਉਹਦੇ 'ਚ ਇਹੀ ਸੀ, ਸਰਕਾਰ ਨੂੰ ਵਿਸ਼ਵਾਸ ਹੈ ਨਹੀਂ ਸੀ ਸੰਯੁਕਤ ਮੋਰਚੇ ਤੇ ਸਾਨੂੰ ਸਰਕਾਰ 'ਤੇ ਵਿਸ਼ਵਾਸ ਹੈ ਨਹੀਂ ਸੀ ਕਿਉਂਕਿ ਬਹੁਤ ਲੰਮਾ ਸੰਘਰਸ਼ ਚੱਲਿਆ। 3 ਕਾਲੇ ਕਾਨੂੰਨ ਰੱਦ ਹੋ ਗਏ, ਉਹਨਾਂ ਨੂੰ ਲਿਖਤੀ ਦੇ ਵਿੱਚ ਵੀ ਦੇਤਾ, ਰਾਸ਼ਟਰਪਤੀ ਦੀ ਮੋਹਰ ਵੀ ਲੱਗ ਗਈ, ਪਰ ਜਿਹੜੇ ਰਹਿੰਦੇ ਸੀ 2 ਬਿਜਲੀ ਬਿੱਲ ਤੇ ਪਰਾਲੀ ਵਾਲਾ ਜਿਹੜਾ ਮੁੱਦਾ ਸੀ ਉਹ ਹਜੇ ਤੱਕ ਕਲੀਅਰ ਨਹੀਂ ਹੋਇਆ ਸੀ। ਕੇਸਾਂ ਵਾਲਾ ਮੁੱਦਾ ਸੀ ਜਿਹੜਾ ਕੇਸਾਂ ਵਾਲਾ ਕਲੀਅਰ ਨਹੀਂ ਹੋਇਆ ਸੀ। ਸਰਕਾਰ ਇਹੀ ਕਹਿ ਰਹੀ ਸੀ ਕਿ ਤੁਸੀਂ ਇੱਥੋਂ ਵਾਪਸੀ ਕਰੋ, ਉਸ ਤੋਂ ਬਾਅਦ ਅਸੀਂ ਕੇਸ ਰੱਦ ਕਰ ਦਾਂਗੇ, ਪਰ ਸੰਯੁਕਤ ਮੋਰਚੇ ਦਾ ਫੈਸਲਾ ਇਹੀ ਸੀ ਕਿ ਇੱਕ ਵਾਰ ਸਾਨੂੰ ਵਿਸ਼ਵਾਸ ਦਿਵਾਓ, ਸਾਨੂੰ ਲਿਖਤ ਦੇ ਵਿੱਚ ਦਿਓ, ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਹ ਲਿਖਤੀ 'ਚ ਰੂਪ 'ਚ ਦੇ ਦਿਓ, ਉਦੋਂ ਬਾਅਦ ਅਸੀਂ ਆਪ ਦਾ ਮੋਰਚਾ ਇੱਥੋਂ ਇੱਕ ਵਾਰ ਚੱਕ ਲਾਂਗੇ। ਫਿਰ ਕਿਉਂਕਿ ਇਹ ਪ੍ਰੋਸੀਜਰ ਲੰਮੇ ਹੁੰਦੇ, ਜਿਹੜਾ ਕੇਸਾਂ ਵਾਲਾ ਪ੍ਰੋਸੀਜਰ ਹੈ ਇਹ ਵੀ ਘੱਟੋ ਘੱਟ 10-15 ਦਿਨਾਂ ਦਾ ਪ੍ਰੋਸੀਜਰ ਹੈ, 10-15 ਦਿਨਾਂ ਦੇ ਵਿੱਚ ਇਹਦੀ ਕਲੀਅਰੈਂਸ ਹੀ ਹੋਣੀ ਹੈ ਬਾਅਦ ਦੇ ਵਿੱਚ। ਤੇ ਜਿਹੜਾ MSP ਵਾਲਾ ਸੀ ਉਹਦੀ ਵੀ ਕਮੇਟੀ ਦਾ ਜਿਹੜਾ ਗਠਨ ਹੋ ਚੁੱਕਾ ਹੈ। 5 ਮੈਂਬਰ ਆਪਣੇ ਸੰਯੁਕਤ ਮੋਰਚੇ ਦੇ ਹੈ, 5 ਮੈਂਬਰ ਸਰਕਾਰ ਦੇ ਹੈ, 5 ਮੈਂਬਰ ਐਗਰੀਕਲਚਰ ਡਿਪਾਰਟਮੈਂਟ ਦੇ ਹੈ। ਉਹ ਵੀ ਸਾਰਾ ਮਸਲਾ ਹੱਲ ਹੋ ਚੁੱਕਿਆ ਹੈ। ਬਸ ਇੱਕੋ ਹੀ ਸ਼ਰਤ ਸੀ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਦਿਓ। ਉਹ ਕੱਲ ਜਦੋਂ ਮੀਟਿੰਗ ਚੱਲ ਰਹੀ ਸੀ, ਮੀਟਿੰਗ ਦੇ ਵਿੱਚ ਉਹਨਾਂ ਦੀ ਚਿੱਠੀ ਆਈ ਕਿ ਕੱਲ ਨੂੰ ਅਸੀਂ 12 ਵਜੇ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇ ਦਿਆਂਗੇ। ਹਾਂ, ਜੇ ਅੱਜ 12 ਵਜੇ ਲਿਖਤੀ ਰੂਪ ਦੇ ਵਿੱਚ ਦਿੰਦੇ ਹੈ ਤਾਂ ਹੋ ਸਕਦਾ ਹੈ 100% ਉਮੀਦ ਹੈ ਅੱਜ ਵਾਪਸੀ ਦਾ ਐਲਾਨ ਹੋ ਸਕਦਾ ਹੈ। 10 ਤਰੀਕ ਨੂੰ ਵਾਪਸੀ ਦਾ ਐਲਾਨ, ਵਾਪਸ ਲੋਕ 12 ਨੂੰ ਆਉਣ, 14 ਨੂੰ ਆਉਣ, 15 ਨੂੰ ਆਉਣ, ਕਿਉਂਕਿ ਸਮਾਨ ਬਹੁਤ ਵੱਡੇ ਉੱਥੇ ਸ਼ੈੱਡ ਪਾ ਰੱਖਿਆ ਲੋਕਾਂ ਨੇ, ਉਹ 1-2 ਦਿਨਾਂ ਦੇ ਵਿੱਚ ਸਾਰੇ ਲਾ ਕੇ ਫਿਰ ਵਾਪਸ ਉੱਥੋਂ ਹੋਵਾਂਗੇ। ਪਰ ਸਰਕਾਰ ਦਾ ਰਵੱਈਆ ਬੜਾ ਅੜੀਆ ਸੀ। ਇਹ ਸਾਨੂੰ ਵੀ ਹੁਣ ਤਾਂ ਇਹ ਲੱਗਣ ਲੱਗ ਗਿਆ ਸੀ ਵੀ ਇਹ ਸਰਕਾਰ ਨੇ ਮੰਨਣਾ ਨਹੀਂ। ਚਲੋ ਪਰਮਾਤਮਾ ਦੀ ਕਿਰਪਾ ਹੋਈ ਹੈ, ਸਰਕਾਰ ਨੇ ਵੀ ਆਪਦਾ ਬਚਾਅ ਕਰ ਲਿਆ ਤੇ ਸਾਡੇ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਸਹਿਬਾਨ ਸੀ ਉਹ ਬੜੇ ਸੁਚੱਜੇ ਢੰਗ ਦੇ ਨਾਲ ਬੜੇ ਇੱਕ ਕੜੀ ਬਣਾ ਕੇ ਕੜੀ ਦੇ ਰੂਪ ਦੇ ਵਿੱਚ ਜਿਹੜਾ ਅੰਦੋਲਨ ਪਰੋ ਕੇ ਚੱਲੇ ਤੇ ਜਿੰਨੇ ਸਾਡੇ 719 ਸ਼ਹੀਦ ਹੋ ਗਏ ਕਿਸਾਨ ਭਰਾ, ਉਹਨਾਂ ਨੂੰ ਸਭ ਤੋਂ ਵੱਡਾ ਸਿਹਰਾ ਉਹਨਾਂ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਦੀਆਂ ਕੁਰਬਾਨੀਆਂ, ਆਪਦਾ ਬਲਿਦਾਨ ਸਾਡੀ ਕਿਸਾਨੀ ਦੀ ਖਾਤਰ ਦੇਤਾ ਤੇ ਅਸੀਂ ਇਹ ਕਦੇ ਵੀ ਭੁੱਲਾਂਗੇ ਨਹੀਂ। ਤੇ ਇੱਥੇ ਵੀ ਖੂਹੀਆਂ ਟੋਲ ਪਲਾਜੇ ਤੇ ਲੰਗਰ ਚੱਲਦਾ ਹੈ, 1 ਸਾਲ ਤੋਂ ਉੱਪਰ ਟਾਈਮ ਹੋ ਗਿਆ। ਸਾਰੇ ਏਰੀਏ ਦਾ ਬੜਾ ਵੱਡਾ ਸਹਿਯੋਗ ਹੈ, ਸਾਰੇ ਏਰੀਏ ਦਾ ਧੰਨਵਾਦ ਕਰਦੇ ਹਾਂ ਅਸੀਂ
ਤੇ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਸਾਰੇ ਏਰੀਆ ਨੂੰ ਕਿ ਜਦੋਂ ਸੰਗਤ ਇੱਧਰੋਂ ਵਾਪਸੀ ਆਊਗੀ, ਕੱਲ ਨੂੰ ਵਾਪਸੀ ਹੋਵੇ, ਪਰਸੋਂ ਹੋਵੇ, ਚੌਥੇ ਹੋਵੇ, 1-2 ਦਿਨਾਂ ਦੇ ਵਿੱਚ ਵਾਪਸੀ ਤਾਂ ਕਲੀਅਰ ਹੋਣੀ ਹੈ। ਤੇ ਆਉਣ ਵੇਲੇ ਵੀ ਅਸੀਂ ਸਾਰੇ ਪਿੰਡਾਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਆਪਾਂ ਜਿਵੇਂ ਜਾਣ ਵੇਲੇ ਸੰਗਤ ਨੂੰ ਪ੍ਰਸ਼ਾਦਾ ਪਾਣੀ, ਲੰਗਰ ਪਾਣੀ ਛਕਾ ਕੇ ਤੋਰਦੇ ਰਹੇ ਹਾਂ, ਉਸੇ ਲੋਟ ਹੁਣ ਵੀ ਵਾਪਸੀ ਤੇ ਵੀ ਆਪਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ, ਕਿਉਂਕਿ ਲੰਗਰ ਬਾਬੇ ਨਾਨਕ ਦਾ ਹੈ ਤੇ ਕਿਰਪਾ ਹੈ ਸਾਰੇ ਨਗਰਾਂ ਦੀ। ਤੇ ਐਸੇ ਲੋਟ ਰਲ ਮਿਲ ਕੇ ਵਧੀਆ ਸੁਚੱਜੇ ਢੰਗ ਦੇ ਨਾਲ ਅਸੀਂ ਲੰਗਰ ਪਾਣੀ ਦੀ ਵਿਵਸਥਾ ਕਰਾਂਗੇ ਤੇ ਅੰਦੋਲਨ ਆਪਣਾ ਸ਼ਾਂਤਮਈ ਤਰੀਕੇ ਨਾਲ ਕਲੀਅਰ ਨਿਬੜ ਚੁੱਕਾ ਹੈ। ਤਕਰੀਬਨ ਐਲਾਨ ਦਾ ਬਾਕੀ ਹੈ, ਐਲਾਨ 12 ਵਜੇ ਤੋਂ ਬਾਅਦ ਕਹਿੰਦੇ ਸੀ 1-1.5 ਵਜੇ ਤੱਕ ਹੋ ਜਾਏਗਾ। ਅੱਜ ਸਾਨੂੰ बहुत बड़ी उम्मीद है कि आज असी असली जित जड़ी जीती। लेकिन हम स्थगित पर स्पष्टीकरण चाहते हैं। स्थगित का क्या कि किसान वहां पर रहेंगे, वापस आएंगे? स्थगित का क्या कि अगर सरकार उनकी जो ये मांगे हैं उन्हें नहीं मानती है तो किसानों का क्या फैसला रहेगा अगला? सरकार ने मंगा मान लिया जी सारियां। स्थगित ਤਾਂ ਇਹੀ ਸੀ, ਉਹਨਾਂ ਨੂੰ ਇਹ ਸੀ ਵੀ ਇਹ ਖਬਰਾਂ ਉਦੋਂ ਬਾਅਦ ਜੇ ਅਸੀਂ ਕਹਿਤਾ ਤਾਂ ਪਤਾ ਨਹੀਂ ਇੱਥੋਂ ਵੀ ਖਾਲੀ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ MSP ਦਾ ਪੇ ਚੜਿਆ ਹੋਇਆ ਸੀ। ਹੁਣ MSP ਤੇ ਵੀ ਕਲੀਅਰੈਂਸ ਹੋ ਗਈ ਕਿ ਜਿੰਨੀਆਂ ਫਸਲਾਂ ਤੇ MSP ਮਿਲਦੀ ਹੈ ਤੁਹਾਨੂੰ ਪਹਿਲਾਂ ਉਨੀਆਂ ਤੇ ਹੀ ਮਿਲੂਗੀ, ਬਰਕਰਾਰ ਰਹੂਗੀ। ਲਿਖਤ ਦੇਣ 'ਚ ਤਿਆਰ ਹੈ। ਜੇ ਲਿਖਤ 'ਚ ਅੱਜ ਦਿੰਦੀ ਹੈ ਸਰਕਾਰ ਤਾਂ ਫਿਰ ਸਾਨੂੰ ਮੋਰਚਾ ਉੱਥੋਂ ਪੂਰਨ ਦੀ ਖਾਤਰ ਸਾਨੂੰ ਵੀ ਇੰਨਾ ਅੜਨਾ ਨਹੀਂ ਚਾਹੀਦਾ, ਕਿਉਂਕਿ ਸਾਡੇ ਵੀ ਜਿਹੜੇ ਆਗੂ ਹੈ ਬਹੁਤ ਸੂਝਵਾਨ ਪੜ੍ਹੇ ਲਿਖੇ ਹੈ, ਉਹਨਾਂ ਨੂੰ ਵੀ ਇਹ ਹੁਣ ਕਲੀਅਰ ਕਰਤਾ ਕਿ ਜੇ ਇਦੋਂ ਬਾਅਦ ਆਪਾਂ ਕੋਈ ਅਡਵਾਈ ਕਰਦੇ ਹਾਂ ਤਾਂ ਫਿਰ ਆਪਣੀ ਵੀ ਗੱਲ ਇਹ ਮਾੜੀ ਹੈ। ਸਰਕਾਰ ਬਹੁਤ ਝੋਗੀ, ਬਹੁਤ ਝੁਕਾ ਲਈ ਤੇ ਅੰਤ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਮੋਰਚਾ ਜਿੱਤਿਆ ਇਹ ਦੁਨੀਆ ਦਾ ਇੱਕ ਪਹਿਲਾ ਮੋਰਚਾ ਜਿਹੜਾ ਐਡਾ ਵੱਡੇ ਰੂਪ ਦੇ ਵਿੱਚ ਐਡਾ ਲੰਮਾ ਮੋਰਚਾ ਚੱਲ ਕੇ ਤੇ ਅਸੀਂ ਜਿੰਨੀਆਂ ਮੰਗਾਂ ਰੱਖੀਆਂ ਉਹ ਮੰਗਾਂ ਤੋਂ ਅਸੀਂ ਵੱਧ ਲਿਆ, ਸਰਕਾਰ ਤੋਂ ਘੱਟ ਨਹੀਂ ਲਿਆ। बोले सोनिया सत श्री अकाल। बहुत लंबा ये आंदोलन चला है, तो क्या आप किसान सरकार पर भरोसा करते हैं इस बात को लेकर? क्योंकि एक बार स्थगित कर दिया गया है, किसान भी मानने के लिए तैयार है। ਭਰੋਸਾ ਸਰਕਾਰ ਤੇ ਸਾਨੂੰ ਬਿਲਕੁਲ ਨਹੀਂ ਸੀ, ਪਰ ਹੁਣ ਜਦੋਂ ਅੱਜ ਸਰਕਾਰ ਲਿਖਤ 'ਚ ਦਿੰਦੀ ਹੈ ਤਾਂ ਭਰੋਸਾ ਕਰਨਾ ਵੀ ਪੈਣਾ ਹੈ। ਕੁਛ ਨਾ ਕੁਛ ਤਾਂ ਭਰੋਸਾ ਫਿਰ ਕਿਸਾਨਾਂ ਨੂੰ ਵੀ ਕਰਨਾ ਪੈਣਾ ਹੈ, ਕਿਉਂਕਿ ਜੇ ਆਪਾਂ ਅਡਵਾਈ ਰੱਖਾਂਗੇ, ਅਡਵਾਈ ਦੇ ਵਿੱਚ ਕੋਈ ਵੀ ਮਸਲੇ ਹੱਲ ਨਹੀਂ ਹੁੰਦੇ। ਉਹ ਸਰਕਾਰ ਵੀ ਝੁਕੀ, ਮਾੜਾ ਮੋਟਾ ਸਾਨੂੰ ਵੀ ਪੈਰ ਪਿੱਛੇ ਪਟਣਾ ਪਊਗਾ, ਤਾਂ ਹੀ ਸਾਡਾ ਇਹ ਮੋਰਚਾ ਜਿੱਤ ਦੀ ਖੁਸ਼ੀ ਦੇ ਵਿੱਚ ਹੋਊਗਾ। ਕਿਉਂਕਿ ਹੁਣ ਜਿੱਤ ਦਾ ਮਾਹੌਲ ਹੈ, ਹਰੇਕ ਬੰਦੇ ਨੂੰ ਖੁਸ਼ੀ ਹੈ ਕਿ ਅਸੀਂ ਮੋਰਚਾ ਜਿੱਤ ਲਿਆ ਤੇ ਆਪਦੇ ਖੁਸ਼ੀ ਆਪਦੇ ਘਰਾਂ ਨੂੰ ਪਰਤ ਗਏ ਤੇ ਹਰੇਕ ਬੰਦਾ ਇਹੀ ਚਾਹੁੰਦਾ ਹੈ ਵੀ ਸ਼ਾਂਤਮਈ ਤਰੀਕੇ ਦੇ ਨਾਲ ਇਹਦਾ ਹੱਲ ਹੋ ਚੱਕਿਆ। ਆਪਣਾ ਜਿੰਨੀਆਂ ਸਾਡੀਆਂ ਮੰਗਾਂ ਸੀ ਸਾਡੀਆਂ ਮੰਨੀਆਂ ਗਈਆਂ, ਤਕਰੀਬਨ 1-2 ਮੰਗਾਂ ਅਸੀਂ ਵੱਧ ਹੀ ਬਣਾ ਲਈਆਂ ਸਰਕਾਰ ਤੋਂ, ਕਿਉਂਕਿ ਆਹ ਜਿਹੜਾ MSP ਵਾਲਾ ਸੀ ਇਹ ਜੇ ਸਰਕਾਰ ਲਾਗੂ ਨਾ ਕਰਦੀ ਤਿੰਨੇ ਕਾਲੇ ਕਾਨੂੰਨ ਤਾਂ MSP ਵਾਲਾ ਕਿੱਥੇ ਮੁੱਦਾ ਚੱਕਿਆ ਜਾਣਾ ਸੀ। ਇਹ ਵੀ ਸਾਡਾ ਨਾਲ ਹੋ ਗਿਆ, ਬਿਜਲੀ ਵਾਲਾ ਵੀ ਹੋ ਗਿਆ, ਪਰਾਲੀ ਵਾਲਾ ਵੀ ਹੋ ਗਿਆ। 1-2 ਮੰਗਾਂ ਅਸੀਂ ਫਾਲਤੂ ਬਣਾ ਲਈਆਂ ਤੇ ਕੇਸਾਂ ਵਾਲਾ ਵੀ ਸਾਡਾ ਹੱਲ ਹੋ ਗਿਆ ਸਿਸਟਮ। ਤੇ ਇਦੋਂ ਉੱਤੇ ਤਾਂ ਹੋਰ ਤਾਂ ਫਿਰ ਕੀ ਹੋ ਸਕਦਾ ਹੈ। ਰੱਬ ਦਾ ਨਾਂ ਹੈ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਤੁਹਾਡਾ ਵੀ ਬੜਾ ਵੱਡਾ ਯੋਗਦਾਨ ਰਿਹਾ। 1 ਸਾਲ ਤੋਂ ਉੱਪਰ ਹੋ ਗਿਆ, ਹਰ ਖਬਰ ਤੁਸੀਂ ਦੁਨੀਆ ਦੇ ਵਿੱਚ ਪਹੁੰਚਾਈ ਸਾਡੀ। ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰਿਆਣਾ ਕਿਸਾਨ ਏਕਤਾ ਡਬਲ ਦੀ ਟੀਮ ਵੱਲੋਂ। ਵਾਹਿਗੁਰੂ जी का खालसा, वाहिगुरू जी की फतेह। कितने खुश हैं आप इस चीज को लेकर, क्योंकि यूथ की बहुत बड़ी भागीदारी रही है इस आंदोलन में? देखो जी, जिस तक की गल सी अंदोलन दी, साडे बजुर्ग साडे अगे लगे ਤਾਂ ਨੌਜਵਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ, ਕਿਉਂਕਿ ਜਿਹੜੇ ਇਹ ਘੜੀ ਸੀ, ਇਹ ਔਖੀ ਘੜੀ ਸੀ ਤਿੰਨੇ ਕਾਲੇ ਕਾਨੂੰਨਾਂ ਦੀ, ਤਾਂ ਨੌਜਵਾਨੀ ਨੂੰ ਨਾਲ ਖੜਨਾ ਪੈਣਾ ਸੀ, ਕਿਉਂਕਿ ਸਾਡੀ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਸੀ ਤੇ ਉਹਦੇ ਖਾਤਰ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਖੜੇ ਰਵਾਂਗੇ। ਅੱਗੇ ਵੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਭਵਿੱਖ ਦੇ ਵਿੱਚ ਹਰਿਆਣਾ ਕਿਸਾਨ ਏਕਤਾ ਦੀ ਟੀਮ ਆਉਣ ਵਾਲੇ ਵੇਲੇ ਦੇ ਵਿੱਚ ਅੱਗੇ ਵੀ ਨਵੇਂ ਕੰਮਾਂ ਦੇ ਵਿੱਚ योगदान लेंदी रहूगी ते बढ़ चढ़ के अगे आऊगी। आम पब्लिक की भी असी मदद करांगे। तो किसानों के बीच एक खुशी की लहर है कि अब किसान भी मानने के लिए तैयार हैं। जहां सरकार ने अपने सख्त रवैये को थोड़ा नरम किया है, वहीं किसान भी अब सरकार पर विश्वास करने के लिए तैयार है कि सरकार अब उनकी मांगों को मान लेगी। बहुत सारे बुजुर्ग भी हैं यहाँ पर, उनसे भी जान लेते हैं। बहुत लंबा समय हो गया आपको इस आंदोलन में, तो कितनी खुशी है इस चीज को लेकर, क्योंकि बुजुर्ग सबसे आगे बढ़ चढ़? बड़ी खुशी है जी, बहुत बड़ी खुशी है। तो क्या कहना चाहते हैं आप सरकार को? अब सरकार ठीक है, सरकार भी चुकी ऐसी भी चुके, बराबरी हो कम बढ़िया होगा, ठीक जी, नहीं नुकसान ज्यादा भी हो सकता जी। हाँ जी। तो कितना टाइम हो गया आपको इस मोर्चे से जुड़े हुए? मन हो गया 8 महीने इतने बैठे नू। 8 महीने से घर भी नहीं गए? करते जाके उन्हें कदे कदे रात में इतने रहना के एक रात रहना रात में जी। हाँ जी,
तो सभी किसानों के बीच में एक रिश्ता कायम हो चुका था, क्योंकि सभी किसान इतने लंबे समय से, आप देख सकते हैं 378 दिन लगभग आज हो चुके हैं और सभी किसान एक साथ थे। तो उनमें खुशी है कि इतने लंबे समय बाद ही सही, लेकिन उनकी मांगों को मान लिया गया है। तो मैं आपको बताना चाहूंगी कि सरकार व किसानों के बीच में जो बातचीत हुई है उसे लेकर आज अंतिम तौर पर ये फैसला आ जाएगा कि किसानों की वापसी कब होगी घरों की तरफ, क्योंकि अब उनके परिवार वाले भी उनका इंतजार कर रहे हैं। सभी किसान बहुत खुश हैं। तो इसी तरह की एक्सक्लूसिव खबरों के साथ जुड़े रहने के लिए और किसान मोर्चे की लाइव कवरेज को अपने चैनल तक जानने के लिए हमारे चैनल से आप इसी तरह से जुड़े रहें। आपके साथ मैं उर्वशी, न्यूज़ टीम 7 के साथ।